ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸਲ ਕਰੁਣਾ ਨਿਧਾਨ ਰਾਜਾਨ ਰਾਜ ਪੀਰਾਂ ਪੀਰ ਦੇਵਾਨ ਦੇਵ ਸਰਬੇ ਆਲਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋ ਰਹੀ ਹੈ। ਜੋ ਸੰਗਰਾਮ ਦੇ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ। ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਬਾਣੀਆਂ ਦੇ ਜਾਪ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਪਾਵਨ ਅਤੇ ਪਵਿੱਤਰ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਉਪਰੰਤ ਜੋ ਸੰਗਰਾਮ ਦੇ ਦਿਹਾੜੇ ਦੀ ਕਥਾ ਵਿਚਾਰ ਹੈ ਉਸ ਦਾ ਸਮਾਂ ਹੋਇਆ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕੱਤਕ ਦੇ ਮਹੀਨੇ ਦੁਆਰਾ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਵੇਂ ਸਤਿਗੁਰੂ ਜੀ ਕੱਤਕ ਮਹੀਨੇ ਦੇ ਬਾਰੇ ਉਪਦੇਸ਼ ਬਖਸ਼ਦੇ ਹਨ, ਜਿਵੇਂ ਸਤਿਗੁਰੂ ਗਰੀਬ ਨਵਾਜ ਸਾਡੇ ਤੇ ਕਿਰਪਾ ਕਰਦੇ ਨੇ, ਮਨੋਬਿਰਤੀਆਂ ਨੂੰ ਸਤਿਗੁਰੂ ਗਰੀਬ ਨਵਾਜ ਜੀਆਂ ਦੇ ਚਰਨਾਂ ਕਮਲਾਂ ਅੰਦਰ ਜੋੜੀਏ। ਪ੍ਰੇਮ ਭਾਵਨਾ ਦੇ ਨਾਲ ਇਸ ਗੁਰਬਾਣੀ ਦੀ ਕਥਾ ਵਿਚਾਰ ਨੂੰ ਸਰਵਣ ਕਰੀਏ, ਰਚਨਾ ਨੂੰ ਕਰੀਏ, ਪਵਿੱਤਰ ਉਚਾਰਨ ਕਰੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਤਕ ਕਰਮ ਕਬਾਵਣੈ ਦੋਸ ਨ ਕਾਹੂ ਜੋਗ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕੱਤਕ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਹਨ। ਪਹਿਲਾਂ ਤੇ ਜਿਹੜਾ ਕੱਤਕ ਅਤੇ ਪੋਹ ਮਹੀਨਾ ਹੈ, ਇਸ ਨੂੰ ਬੜਾ ਮਾੜਾ ਸਮਝਿਆ ਜਾਂਦਾ ਸੀ। ਜੇਕਰ ਇਹਨਾਂ ਮਹੀਨਿਆਂ ਦੇ ਵਿੱਚ ਕਿਸੇ ਦਾ ਜਨਮ ਹੁੰਦਾ, ਕਿਸੇ ਬਾਲਕ ਦਾ ਜਨਮ ਹੁੰਦਾ, ਤੇ ਉਸ ਨੂੰ ਬੜਾ ਮਾੜਾ ਸਮਝਿਆ ਜਾਂਦਾ ਸੀ, ਬੜਾ ਅਪਸ਼ਗਨ ਸਮਝਿਆ ਜਾਂਦਾ ਸੀ। ਤੇ ਕੱਤਕ ਦੇ ਮਹੀਨੇ ਅੰਦਰ ਸਮੁੱਚੀ ਕਾਇਨਾਤ ਦੇ ਸਾਂਝੇ ਰਹਿਬਰ ਹਿੰਦੂ ਅਤੇ ਮੁਸਲਮਾਨ ਸਿੱਖਾਂ ਦੇ ਸਾਂਝੇ ਪੀਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਕੱਤੇ ਦੀ ਪੁੰਨਿਆਂ ਨੂੰ ਇਸ ਸੰਸਾਰ ਦੇ ਅਵਤਾਰ ਧਾਰਨ ਕਰਕੇ ਸਮੁੱਚੀ ਕਾਇਨਾਤ ਨੂੰ, ਸਮੁੱਚੇ ਕਲਯੁਗ ਨੂੰ ਧਾਰਨਾ ਕੀਤਾ ਹੈ। ਇਸ ਕਲਯੁਗ ਦੇ ਅੰਦਰ ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ। ਕਲਾਤਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਆਪ ਕੱਤੇ ਦੇ ਮਹੀਨੇ ਅੰਦਰ ਸੰਸਾਰ ਦੇ ਉੱਪਰ ਅਵਤਾਰ ਧਾਰਨ ਕੀਤਾ ਹੈ। ਤੇ ਫਿਰ ਜੋ ਦੂਸਰਾ ਪੋਹ ਦਾ ਮਹੀਨਾ ਹੈ, ਪੋਹ ਦੇ ਮਹੀਨੇ ਅੰਦਰ ਵੀ ਕਿਸੇ ਬਾਲਕ ਦਾ ਜਨਮ ਬੜਾ ਅਪਸ਼ਗਨ ਮੰਨਿਆ ਜਾਂਦਾ ਸੀ। ਦਸਵੇਂ ਜਾਮੇ ਦੇ ਅੰਦਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਪੋਹ ਦੇ ਮਹੀਨੇ ਵਿੱਚ ਅਵਤਾਰ ਧਾਰਨ ਕਰਕੇ ਸਾਰਿਆਂ ਨੂੰ ਦੱਸਿਆ ਕਿ ਇਹ ਜਿਹੜੀਆਂ ਮਨਵੱਤ ਵਾਲੀਆਂ ਗੱਲਾਂ ਨੇ, ਕਰਮ ਕਾਂਡਾਂ ਵਾਲੀਆਂ ਗੱਲਾਂ ਹਨ, ਇਹ ਝੂਠੀਆਂ ਹਨ ਤੇ ਸਿੱਖਾਂ ਨੇ ਕਿਸੇ ਪ੍ਰਕਾਰ ਦੇ ਭਰਮ ਦੇ ਵਿੱਚ ਨਹੀਂ ਪੈਣਾ ਹੈ। ਸਿੱਖਾਂ ਨੇ ਇਸ ਤਰ੍ਹਾਂ ਦੇ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ। ਵਾਹਿਗੁਰੂ ਪਰਮਾਤਮਾ ਨੇ, ਸੱਚੇ ਸਤਿਗੁਰੂ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਕਰਮ ਕਾਂਡਾਂ ਵੱਲੋਂ ਰੋਕ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਭਗਤੀ ਦੇ ਨਾਲ ਜੋੜਿਆ ਹੈ ਤੇ ਸਾਰਿਆਂ ਨੂੰ ਉਪਦੇਸ਼ ਬਖਸ਼ਿਆ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਸੇ ਦੇਵਤਾਰੇ ਨੂੰ ਗੁਰੂ ਨਹੀਂ ਮੰਨਣਾ ਹੈ, ਸ਼ਬਦ ਨੂੰ ਹੀ ਗੁਰੂ ਮੰਨਣਾ ਹੈ। ਸ਼ਬਦ ਗੁਰੂ ਸਤ ਤੁਮ ਚੇਲਾ, ਸ਼ਬਦ ਹੀ ਸਾਡਾ ਗੁਰੂ ਹੈ। ਸੋ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਜੀਆਂ ਨੇ
ਕੱਤੇ ਅਤੇ ਪੋਹ ਦੇ ਮਹੀਨੇ ਅੰਦਰ ਅਵਤਾਰ ਧਾਰਨ ਕਰਕੇ ਸਾਰਿਆਂ ਨੂੰ ਇਸ ਭਰਮ ਦੇ ਵਿੱਚੋਂ ਕੱਢਣਾ ਕੀਤਾ ਹੈ। ਤੇ ਅੱਗੇ ਸਤਿਗੁਰੂ ਗਰੀਬਨਵਾਜ ਇਸੇ ਕੱਤਕ ਦੇ ਮਹੀਨੇ ਬਾਬਤ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਕੱਤੇ ਦੇ ਮਹੀਨੇ ਦੁਆਰਾ ਇਹ ਜੀਵ ਜਿੰਨੇ ਵੀ ਕਰਮ ਕਰਦਾ ਹੈ, ਜਿੰਨੇ ਵੀ ਕਰਮਾਂ ਨੂੰ ਕਮਾਉਂਦਾ ਹੈ, ਤੇ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸ ਤਰ੍ਹਾਂ ਦੇ ਫਿਰ ਫਲ ਨੂੰ ਭੋਗਦਾ ਹੈ। ਜਾਂ ਪਿੱਛੇ ਜਿਸ ਤਰ੍ਹਾਂ ਦੇ ਕਰਮ ਕੀਤੇ ਨੇ, ਪਿਛਲੇ ਜਨਮਾਂ ਦੇ ਅੰਦਰ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ, ਉਸੇ ਤਰ੍ਹਾਂ ਦੇ ਫਲ ਨੂੰ ਅੱਗੇ ਭੋਗਣਾ ਕਰਦਾ ਹੈ, ਜਾਂ ਅੱਗੇ ਨਰਕਾਂ ਦੇ ਵਿੱਚ ਜਾ ਕਰਕੇ ਸਵਰਗਾਂ ਦੇ ਵਿੱਚ ਜਾ ਕਰਕੇ ਭੋਗਦਾ ਹੈ। ਦੋਸ਼ ਨਾ ਕਾਹੂ ਜੋਗ। ਇਹ ਕਿਸੇ ਨੂੰ ਦੋਸ਼ ਦੇਣ ਦੇ ਯੋਗ ਨਹੀਂ ਕਿ ਕਿਸੇ ਹੋਰ ਦੇ ਕਰਕੇ ਸਾਨੂੰ ਇਸ ਤਰ੍ਹਾਂ ਦੇ ਫਲ ਭੋਗਣੇ ਪੈ ਰਹੇ ਨੇ, ਦੁੱਖ ਭੋਗਣੇ ਪੈ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਦੋ ਦੱਤੈ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਨਾ। ਸਤਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਜੀਵ ਕਰਦਾ ਹੈ ਉਸੇ ਤਰ੍ਹਾਂ ਦੇ ਫਲ ਨੂੰ ਭੋਗਦਾ ਹੈ, ਕਿਸੇ ਹੋਰ ਨੂੰ ਦੋਸ਼ ਦੇਣਾ ਯੋਗ ਨਹੀਂ। ਫਿਰ ਕਰਮ ਦੀ ਗੱਲ ਕੀਤੀ ਹੈ। ਕਰਮ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਵਿਹਤ ਕਰਮ ਤੇ ਇੱਕ ਅਵਿਹਤ ਕਰਮ। ਵਿਹਤ ਕਰਮ ਉਹ ਹਨ ਜਿਹੜੇ ਸਾਡੇ ਗੁਰੂਆਂ ਨੇ, ਸ਼ਾਸਤਰਾਂ ਨੇ, ਧਰਮ ਗ੍ਰੰਥਾਂ ਨੇ ਦੱਸਣਾ ਕੀਤੇ ਨੇ ਕਿ ਇਹ ਕਰਮ ਕਰਨੇ ਹਨ, ਤੇ ਜਿਹੜੇ ਉਹਨਾਂ ਤੋਂ ਉਲਟ ਕਰਮ ਕਰਨੇ ਹਨ, ਜਿਹੜੇ ਗੁਰੂ ਨੇ ਸ਼ਾਸਤਰਾਂ ਨੇ ਮਨਾ ਕੀਤੇ ਹਨ, ਜਿਨ੍ਹਾਂ ਦੀ ਮਨਾਹੀ ਹੈ, ਉਹਨਾਂ ਨੂੰ ਕਰਨਾ ਉਸ ਤੋਂ ਉਲਟ ਜੋ ਹੈ ਅਵਿਹਤ ਕਰਮ ਹੈ। ਫਿਰ ਜਿਹੜੇ ਵਿਹਤ ਕਰਮ ਹਨ ਇਹ ਵੀ ਕਈ 4-5 ਪ੍ਰਕਾਰ ਦੇ ਹਨ, ਜਿਨ੍ਹਾਂ ਦੇ ਵਿੱਚੋਂ ਨਿਤ ਕਰਮ ਹੈ, ਨਿਮਿਤ ਕਰਮ ਹੈ। ਸਤਿਗੁਰੂ ਗਰੀਬਨਵਾਜ ਕਿਰਪਾ ਕਰਦੇ ਨੇ। ਗੁਰੂ ਦਾ ਜਿਹੜਾ ਸਿੱਖ ਹੈ ਉਸ ਦਾ ਨਿਤ ਕਰਮ ਕੀ ਹੈ? ਗੁਰ ਸਤਿਗੁਰੂ ਕਾ ਜੋ ਸਿੱਖ ਅਖਾਵੇ ਸੋ ਭਲਕੇ ਉਠ ਹਰਿ ਨਾਮ ਧਿਆਵੇ। ਕਿ ਜਿਹੜਾ ਸੱਚੇ ਗੁਰੂ ਦਾ, ਸਤਿਗੁਰੂ ਜੀ ਦਾ ਸੱਚਾ ਸਿੱਖ ਹੈ, ਪਹਿਲਾਂ ਉੱਠ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਉਚਾਰਨ ਕਰੇ, ਉਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਾਵੇ। ਫਿਰ ਉਦਮ ਕਰੇ, ਉੱਠ ਕਰਕੇ ਇਸ਼ਨਾਨ ਕਰਨਾ ਕਰੇ। ਪਹਿਲਾਂ ਸਰੀਰ ਦਾ ਇਸ਼ਨਾਨ ਕਰੇ, ਜਲ ਦੇ ਨਾਲ ਸਰੀਰ ਦਾ ਇਸ਼ਨਾਨ ਕਰਕੇ ਅੰਮ੍ਰਿਤਸਰ ਨਾਵੇ। ਅੰਮ੍ਰਿਤਸਰ ਨਾਵੇ ਦਾ ਅਰਥ ਇੱਥੇ ਅੰਮ੍ਰਿਤਸਰ ਉੱਥੇ ਜਾ ਕਰਕੇ ਇਸ਼ਨਾਨ ਕਰਨਾ ਨਹੀਂ। ਨਾਮ ਰੂਪੀ ਅੰਮ੍ਰਿਤ ਹੈ ਤੇ ਨਾਮ ਰੂਪੀ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕਰੇ, ਮਨ ਦਾ ਇਸ਼ਨਾਨ ਕਰਵਾਉਣਾ ਕਰੇ। ਜਦ ਦੂਸਰਾ ਅਰਥ ਇਸ ਤਰ੍ਹਾਂ ਵੀ ਲਗਾਉਣਾ ਕਰੀਏ ਕਿ ਜਦੋਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਪਹਿਲਾਂ ਸਰੀਰ ਬਾਹਰ ਟੂਟੀਆਂ ਤੇ ਇਸ਼ਨਾਨ ਕਰਕੇ ਫਿਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕਰੇ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ। ਫਿਰ ਉੱਠ ਕਰਕੇ ਇਸ਼ਨਾਨ ਕਰੇ, ਇਸ਼ਨਾਨ ਕਰਕੇ ਮਨ ਦਾ ਇਸ਼ਨਾਨ ਕਰੇ, ਤੇ ਉਸ ਤੋਂ ਉਪਰੰਤ ਚੜ੍ਹੇ ਦਿਵਸ ਗੁਰਬਾਣੀ ਗਾਵੇ, ਪਹਿਲਦਿਆਂ ਉੱਠਦਿਆਂ ਹਰਿ ਨਾਮ ਧਿਆਵੇ। ਜਦੋਂ ਦਿਨ ਚੜ ਜਾਵੇ ਤੇ ਗੁਰਬਾਣੀ ਗਾਇਨ ਕਰੇ, ਗੁਰਬਾਣੀ ਪੜ੍ਹਦਾ ਕਰੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇ। ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ, ਸਭ ਕਿਲ ਵਿਕ ਦੋਖ ਪਾਪ ਨਹਿ ਜਾਵੇ। ਗੁਰੂ ਦੇ ਉਪਦੇਸ਼ ਨੂੰ ਮੰਨ ਕਰਕੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੇ ਤੇ ਸਾਰੇ ਉਸਦੇ ਦੁੱਖ ਜਿਹੜੇ ਹਨ, ਜਿਸਨੇ ਉਸਦੇ ਪਾਪ ਕੀਤੇ ਹੋਏ ਨੇ, ਸਾਰੇ ਦੂਰ ਹੋ ਜਾਣਗੇ, ਸਾਰੇ ਨਾਸ਼ ਹੋ ਜਾਣਗੇ। ਇਸ ਤੋਂ ਅੱਗੇ ਹੈ ਨਿਮਿਤ ਕਰਮ, ਜੋ ਕਿਸੇ ਖਾਸ ਪ੍ਰਯੋਜਨ ਕਰਕੇ ਕਾਰਜ ਕਰਨੇ ਹਨ, ਕੋਈ ਕਰਮ ਕਰਨੇ ਹਨ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰਬਾਣੀ ਤਿਨਾ ਗੁਰਸਿੱਖਾਂ ਭਾਏ ਗੁਰਪੁਰਬ ਕਰਾਉਂਦੇ। ਜਿਹੜੇ ਪ੍ਰੇਮ ਦੇ ਨਾਲ ਗੁਰਪੁਰਬ ਕਰਾਉਣਾ ਕਰਦੇ ਹਨ, ਗੁਰਪੁਰਬ ਮਨਾਉਂਦੇ ਹਨ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਫਿਰ ਜਿਹੜੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਕਾਰਜ ਕਰਨੇ ਹਨ,
कोई अखंड पाठ ਸਾਹਿਬ ਕਰਾਉਣਾ है, सहज पाठ ਕਰਾਉਣਾ है, श्री सुखमनी ਸਾਹਿਬ ਦਾ ਜਾਪ ਕਰਾਉਣਾ है, इस तरह के कर्म ਹਨ। ਇਸ ਤੋਂ ਅੱਗੇ ਨਿਸ਼ਕਾਮ ਕਰਮ ਹਨ, ਜਿਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਸੇਵਾ ਕਰਤ ਹੋਏ ਨਿਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਕਾਮਨਾ ਤੋਂ ਰਹਿਤ ਹੋ ਕਰਕੇ ਜਿਹੜੇ ਕਾਰਜ ਕਰਨੇ ਨੇ, ਤੇ ਇੱਕ ਸਕਾਮ ਕਰਮ ਹਨ ਜਿਹੜੇ ਕਿਸੇ ਕਾਮਨਾ ਨੂੰ, ਇੱਛਾ ਨੂੰ ਮੁੱਖ ਰੱਖ ਕੇ ਕਾਰਜ ਕਰਨੇ ਨੇ। ਇੱਛਾ ਨੂੰ ਮੁੱਖ ਰੱਖ ਕਰਕੇ ਕੋਈ ਪਾਠ ਕਰਨਾ, ਕੋਈ ਜਾਪ ਕਰਨਾ, ਕੋਈ ਦਾਨ ਕਰਨਾ, ਕੋਈ ਤਪ ਕਰਨਾ, ਇਹ ਸਕਾਮ ਕਰਮ ਹਨ। ਤੇ ਇੱਕ ਜਿਹੜੇ ਗੁਰੂ ਤੋਂ ਉਲਟ ਹੋ ਕਰਕੇ ਕਾਰਜ ਕਰਨੇ ਨੇ, ਜਿਵੇਂ ਸਤਿਗੁਰੂ ਜੀ ਨੇ ਸਿੱਖ ਧਰਮ ਦੇ ਅੰਦਰ 4 ਬੱਜਰ ਪ੍ਰਤਾਂ ਦੀ ਬਖਸ਼ਿਸ਼ ਕੀਤੀ ਹੈ, ਤੇ ਉਹਨਾਂ ਤੋਂ ਵਰਜਿਆ ਹੈ ਕਿ ਕਾਰਜ ਨਹੀਂ ਕਰਨੇ। ਰਹਿਤਨਾਮਿਆਂ ਦੀ ਬਖਸ਼ਿਸ਼ ਕੀਤੀ ਹੈ, ਰਹਿਤਨਾਮਿਆਂ ਦੇ ਅੰਦਰ ਸਿੱਖਾਂ ਨੂੰ ਰਹਿਤ ਰੱਖਣ ਦੀ ਦਾਤ ਦੱਸੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕਰਕੇ ਰਹਿਣਾ ਹੈ। 4 ਬੱਜਰ ਪ੍ਰਤਾਂ ਜੋ ਸਤਿਗੁਰੂ ਜੀ ਨੇ ਬਖਸ਼ੀਆਂ ਹੈ, ਨਹੀਂ ਕਰਨੀਆਂ ਹਨ, ਇਹਨਾਂ ਤੋਂ ਬਚ ਕਰਕੇ ਰਹਿਣਾ ਹੈ। ਤੇ ਜਿਹੜਾ ਇਹਨਾਂ ਤੋਂ ਉਲਟ ਹੋ ਕਰਕੇ, ਗੁਰੂ ਤੋਂ ਉਲਟ ਹੋ ਕਰਕੇ ਚੱਲਦਾ ਹੈ, ਤੇ ਉਸ ਨੂੰ ਸਤਿਗੁਰੂ ਗੁਰਬਾਣੀ ਦੇ ਅੰਦਰ ਲਿਖਦੇ ਹਨ, ਗੁਰ ਸਤਿਗੁਰੂ ਕਾ ਸੋਈ ਸਖਾ ਉਹੀ ਸੱਚਾ ਮਿੱਤਰ ਹੈ। ਕਿਰਪਾ ਕਰਦੇ ਨੇ ਕਿ ਜਿਹੜਾ ਗੁਰੂ ਦੇ ਭਾਣੇ ਵਿੱਚ ਆਉਣਾ ਕਰਦਾ ਹੈ, ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾ ਖਾਵੇ। ਜਿਹੜਾ ਆਪਣੀ ਮਰਜ਼ੀ ਕਰਦਾ ਹੈ, ਆਪਣੇ ਅਨੁਸਾਰ ਚੱਲਦਾ ਹੈ, ਗੁਰੂ ਤੋਂ ਵੀ ਵਿਛੜ ਕਰਕੇ ਚੋਟਾ ਖਾਂਦਾ ਹੈ, ਸੰਸਾਰ ਤੇ ਵੀ ਮਾਰਾਂ ਖਾਂਦਾ ਹੈ, ਤੇ ਅੱਗੇ ਜਮਾਤ ਦੇ ਪਾਸੋਂ ਨਰਕਾਂ ਦੇ ਵਿੱਚ ਜਾ ਕਰਕੇ, ਜਮਲੋਕ ਦੇ ਵਿੱਚ ਜਾ ਕਰਕੇ ਵੀ ਮਾਰਾਂ ਹੀ ਖਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਨਿਤ ਕਰਮ ਨੇ, ਨਿਮਿਤ ਕਰਮ ਹਨ, ਜਿਹੜੇ ਗੁਰੂ ਨੇ ਬਖਸ਼ਿਸ਼ ਕੀਤੇ ਨੇ, ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ, ਜਿਹੜੇ ਧਰਮ ਸ਼ਾਸਤਰਾਂ ਨੇ ਬਖਸ਼ਿਆ ਹੈ, ਦਾਨ ਪੁੰਨ ਕਰਨਾ ਹੈ, ਗੁਰਬਾਣੀ ਦਾ ਜਾਪ ਕਰਨਾ ਹੈ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਉਣ ਵਾਲੇ ਕਰਮ ਹਨ, ਉਹ ਕਰਨਾ ਕਰੀਏ। ਜਿਨ੍ਹਾਂ ਤੋਂ ਵਰਜਿਆ ਹੈ, ਉਹਨਾਂ ਤੋਂ ਬਚਣਾ ਕਰੀਏ। ਕਲਗੀਧਰ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਸਿੰਘ ਸਜਣਾ ਕਰੀਏ, ਰਹਿਤ ਮਰਿਆਦਾ ਦੇ ਵਿੱਚ ਕਿਰਪਾ ਕਰਨਾ ਕਰੀਏ, ਨਿਤਨੇਮ ਬਾਣੀ ਦੇ ਧਾਰਨੀ ਹੋਣਾ ਕਰੀਏ, ਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਆਖੇ ਕਿ ਮੇਰੇ ਦੋਸ਼ਾਂ ਦਾ ਕਾਰਨ ਉਹ ਮਨੁੱਖ ਹੈ, ਫਲਾਣਾ ਮਨੁੱਖ ਹੈ, ਉਸ ਦੇ ਕਰਕੇ ਮੈਨੂੰ ਦੋਖ ਮਿਲ ਰਹੇ ਨੇ, ਤੇ ਇਹ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ। ਜਿਹੜੇ ਕਿਸੇ ਦੂਜੇ ਨੂੰ ਦੋਸ਼ ਦਿੰਦੇ ਹਨ, ਉਹ ਕੁੱਕਰ ਬਿਰਤੀ ਵਾਲੇ ਹਨ। ਜਿਵੇਂ ਕੁੱਕਰ ਇੱਕ ਕੁੱਤਾ ਹੁੰਦਾ ਹੈ, ਉਸ ਨੂੰ ਜੇ ਕੋਈ ਸੋਟੀ ਮਾਰੇ ਤੇ ਉਹ ਸੋਟੀ ਨੂੰ ਫੜਦਾ ਹੈ, ਮਾਰਨ ਵਾਲੇ ਨੂੰ ਨਹੀਂ ਫੜਦਾ ਹੈ। ਤੇ ਜਿਹੜਾ ਸ਼ੇਰ ਹੁੰਦਾ ਹੈ, ਸ਼ੇਰ ਦ੍ਰਿਸ਼ਟੀ ਵਾਲੇ ਜਿਹੜੇ ਗੁਰਮੁਖ ਜਨ ਹਨ, ਉਸ ਨੂੰ ਜੇ ਕੋਈ ਸੋਟੀ ਮਾਰੇ ਤੇ ਉਹ ਸੋਟੀ ਨੂੰ ਨਹੀਂ ਪੈਂਦਾ, ਉਹ ਮਾਰਨ ਵਾਲੇ ਨੂੰ ਪੈਂਦਾ ਹੈ। ਭਾਵ ਜਿਹੜੇ ਗੁਰਮੁਖ ਹਨ, ਉਹਨਾਂ ਦੀ ਸ਼ੇਰ ਦ੍ਰਿਸ਼ਟੀ ਹੈ, ਉਹ ਕਰਨ ਕਰਾਉਣ ਵਾਲੇ ਵਾਹਿਗੁਰੂ ਪਰਮਾਤਮਾ ਨੂੰ ਹੀ ਜਾਣਦੇ ਹਨ। ਤੇ ਜਿਹੜੇ ਮਨਮੁਖ ਹਨ, ਉਹਨਾਂ ਦੀ ਕੁੱਕਰ ਬਿਰਤੀ ਹੈ, ਜਿਹੜਾ ਕਿ ਉਹਨਾਂ ਨੂੰ ਦੁੱਖ ਦਿੰਦਾ ਹੈ। ਪਰਮਾਤਮਾ ਜਿਨ੍ਹਾਂ ਦੇ ਰਾਹੀਂ ਦੁੱਖ ਦਿੰਦਾ ਹੈ, ਦੁੱਖ ਦਿੰਦਾ ਹੈ, ਉਹਨਾਂ ਨੂੰ ਹੀ ਕਾਰਨ ਜਾਣ ਕਰਕੇ ਉਹਨਾਂ ਦੇ ਨਾਲ ਲੜਦੇ ਰਹਿੰਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਿਸੇ ਨੂੰ ਆਪਣੇ ਕਰਮਾਂ ਦਾ ਦੋਸ਼ ਦੇਣਾ, ਆਪਣੇ ਫਲ ਦਾ ਦੋਸ਼ ਦੇਣਾ ਯੋਗ ਨਹੀਂ ਹੈ। ਜਿਵੇਂ ਦੇ ਜੀਵ ਕਰਮ ਕਰਦਾ ਹੈ, ਉਵੇਂ ਦੇ ਦੁੱਖਾਂ ਨੂੰ ਭੋਗਦਾ ਹੈ। ਜਿਵੇਂ ਧ੍ਰਿਤਰਾਸ਼ਟਰ ਦਾ ਜ਼ਿਕਰ ਆਉਂਦਾ ਹੈ ਕਿ ਧ੍ਰਿਤਰਾਸ਼ਟਰ ਦੇ 100 ਪੁੱਤਰ ਰਣ ਦੇ ਵਿੱਚ, ਜੰਗ ਦੇ ਵਿੱਚ ਮਰ ਗਏ ਸਨ, ਤੇ ਉਸ ਨੇ 106ਵੇਂ ਜਨਮ ਦੇ ਅੰਦਰ ਟਿੱਡੇ ਦੀਆਂ ਅੱਖਾਂ ਕੱਢੀਆਂ ਸਨ, ਇਸ ਕਰਕੇ ਕਾਣਾ ਪੈਦਾ ਹੋਇਆ ਸੀ। ਤੇ ਆਪਣੇ 100 ਜਨਮਾਂ ਦੇ ਅੰਦਰ 100 ਹੰਸਾਂ ਦੇ ਬੱਚੇ ਮਾਰ ਕਰਕੇ ਖਾਧੇ ਸਨ। ਇਸ ਕਰਕੇ ਉਸਦੇ 100 ਪੁੱਤਰ ਰਣ ਦੇ ਵਿੱਚ, ਜੰਗ ਦੇ ਵਿੱਚ ਮਰਨਾ ਕੀਤੇ ਹਨ। ਇਸੇ ਪ੍ਰਕਾਰ ਹੋਰ ਵੀ ਕਈ ਸਾਖੀਆਂ ਆਉਂਦੀਆਂ ਹਨ, ਜਿਨ੍ਹਾਂ ਦੇ ਵਿੱਚ ਇਹ ਉਦਾਹਰਣ ਸਪਸ਼ਟ ਹੈ ਕਿ ਜਿਸ ਤਰ੍ਹਾਂ ਦੇ ਜੀਵ ਕਰਮ ਕਰਦਾ ਹੈ, ਉਸੇ ਤਰ੍ਹਾਂ ਦੇ ਫਲ ਭੋਗਣਾ ਕਰਦਾ ਹੈ। ਇਹ ਨਹੀਂ ਹੋ ਸਕਦਾ ਕਿ ਲੋੜੈ ਦਾਤ ਬਿਜੋਰੀਆਂ, ਕਿੱਕਰ ਬੀਜੈ ਜੱਟ,
ਕਿ ਬੀਜ ਦਾ ਕਿੱਕਰ ਹੋਵੇ, ਕੰਡੇ ਹੋਵੇ ਤੇ ਇਹ ਇੱਛਾ ਰੱਖਦਾ ਹੋਵੇ ਕਿ ਮੈਨੂੰ ਦਾਖਾਂ ਮਿਲ ਜਾਣ, ਬਦਾਮ ਮਿਲ ਜਾਣ। ਇਸ ਤਰ੍ਹਾਂ ਨਹੀਂ ਹੋ ਸਕਦਾ ਹੈ। ਜਿਸ ਤਰ੍ਹਾਂ ਦਾ ਬੀਜਣਾ ਕਰੇਗਾ ਉਸੇ ਪ੍ਰਕਾਰ ਦਾ ਇਹ ਜੀਵ ਵੱਢਣਾ ਕਰਦਾ ਹੈ, ਉਸੇ ਪ੍ਰਕਾਰ ਦੇ ਫਲਾਂ ਨੂੰ ਭੋਗਣਾ ਕਰਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਹੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਭੁੱਲਿਆ, ਉਸ ਨੂੰ ਭੁੱਲਣ ਕਰਕੇ, ਉਸ ਦੇ ਸਰੂਪ ਨੂੰ ਭੁੱਲਣ ਕਰਕੇ, ਉਸ ਦੇ ਨਾਮ ਨੂੰ ਭੁੱਲਣ ਕਰਕੇ ਵਿਆਪਨ ਸਭੇ ਰੋਗ। ਇਸ ਜੀਵ ਨੂੰ ਜਿੰਨੇ ਵੀ ਰੋਗ ਹਨ ਸਾਰੇ ਲੱਗਣਾ ਕਰਦੇ ਨੇ। ਵਿਸ਼ੇ ਵਾਸਨਾਵਾਂ ਦੇ ਰੋਗ ਲੱਗਦੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ। ਫਿਰ ਜਿਹੜੇ ਪੰਜ ਦੋਖ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿਕ, ਇਹ ਸਾਰੇ ਹੀ ਦੋਖ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਭੁੱਲਣ ਕਰਕੇ ਲੱਗਦੇ ਹਨ। ਬੇਮੁਖ ਹੋਏ ਰਾਮ ਤੇ ਲੱਭਣ ਜਨਮ ਵਿਜੋਗ। ਤੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਬੇਮੁਖ ਹੋ ਗਏ ਨੇ, ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਹਨ, ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ। ਜਨਮਾਂ ਜਨਮਾਂ ਦੇ ਵਿੱਚ ਕਿਹੜੀਆਂ ਗੁਣਾਂ ਦੇ ਵਿੱਚ ਪੈ ਕਰਕੇ ਦੁੱਖਾਂ ਨੂੰ ਭੋਗਦੇ ਨੇ, ਜਿਸ ਨੂੰ ਸਤਿਗੁਰੂ ਜੀ ਕਹਿੰਦੇ ਹਨ, ਕਈ ਜਨਮ ਗਜ ਮੀਨ ਪਰੰਗਾ, ਕਈ ਜਨਮ ਗਜ ਹਾਥੀ ਬਣ ਕੇ, ਮੱਛੀ ਬਣ ਕਰਕੇ, ਹਿਰਨ ਬਣ ਕਰਕੇ ਰਹਿਣਾ ਕੀਤਾ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਕੀਟ ਪਤੰਗੇ ਬਣ ਕੇ ਨਿਕਲ ਗਏ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ 84 ਲੱਖ ਜੂਨਾਂ ਹਨ, ਇਹਨਾਂ ਨੂੰ ਭੋਗਣ ਤੋਂ ਬਾਅਦ ਮਨੁੱਖ ਦਾ ਜਨਮ ਮਿਲਦਾ ਹੈ। ਇਸ ਮਨੁੱਖ ਦੇ ਜਨਮ ਦੇ ਅੰਦਰ ਇਹ ਸੁਭਾਗਾ ਸਮਾਂ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਕੇ, ਉਸ ਦੇ ਨਾਮ ਨੂੰ ਜਪ ਕਰਕੇ ਸੰਸਾਰ ਤੋਂ ਤਰਨਾ ਕਰੇ, ਪਾਰ ਉਤਰਨਾ ਕਰੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਪਈ ਪਰਾਪਤ ਮਾਨੁਖ ਦੇਹੁਰੀਆ, ਗੋਬਿੰਦ ਗ੍ਰਹਿਣ ਇਹ ਤੇਰੀ ਬਰੀਆ। ਦੇਹੁਰੀਆ ਨਾਮ ਦੇਹੜੀ ਦਾ ਵੀ ਹੁੰਦਾ ਹੈ, ਜਿਹੜੀ ਦਰਵਾਜ਼ੇ ਤੇ ਦੇਹੜੀ ਹੁੰਦੀ ਹੈ। ਇਸ ਕਰਕੇ ਮਨੁੱਖਾ ਜਨਮ ਦੇਹੜੀ ਦੀ ਨਿਆਈ ਵੀ ਹੈ। ਜਿਵੇਂ ਇੱਕ ਪੁਰਾਣੇ ਸਮੇਂ ਦੇ ਅੰਦਰ ਇੱਕ ਜ਼ਿਕਰ ਆਉਂਦਾ ਹੈ ਕਿ ਰਾਜੇ ਦਾ ਕਿਲਾ ਸੀ, ਉਸ ਕਿਲੇ ਦੇ 84 ਦਰਵਾਜ਼ੇ ਸਨ। 83 ਦਰਵਾਜ਼ੇ ਹਮੇਸ਼ਾ ਬੰਦ ਰਹਿੰਦੇ ਸਨ। 84ਵਾਂ ਦਰਵਾਜ਼ਾ ਜਿਹੜਾ ਹੈ ਖੁੱਲਾ ਸੀ, ਉਸ ਦੇ ਉੱਪਰ ਇੱਕ ਮੱਖੀਆਂ ਦਾ ਛੱਤਾ ਲੱਗਾ ਹੋਇਆ ਸੀ। ਤੇ ਉਸ ਦੇ ਅੰਦਰ ਇੱਕ ਵਾਰੀ ਇੱਕ ਅੰਧਾ ਮਨੁੱਖ ਜੋ ਸਿਰ ਤੋਂ ਗੰਜਾ ਸੀ, ਉਸ ਕਿਲੇ ਦੇ ਅੰਦਰ ਵੜਨਾ ਕੀਤਾ ਹੈ ਤੇ ਉੱਥੋਂ ਬਾਹਰ ਨਿਕਲਣ ਦਾ ਬੜਾ ਯਤਨ ਕਰਨ ਲੱਗਾ, ਪਰੰਤੂ ਬਾਹਰ ਨਹੀਂ ਨਿਕਲ ਪਾਇਆ। ਫਿਰ ਉਸ ਨੂੰ ਕੋਈ ਮਨੁੱਖ ਮਿਲਿਆ ਤੇ ਉਸ ਮਨੁੱਖ ਨੇ ਦੱਸਿਆ, ਕਹਿਣ ਲੱਗਿਆ, ਜਿਹੜਾ ਅੰਧਾ ਵਿਅਕਤੀ ਹੈ ਇੱਕ ਹੱਥ ਖੁੱਲਾ ਹੈ, ਤੇ ਕਹਿਣ ਲੱਗਾ ਤੂੰ ਦੂਸਰੇ ਹੱਥ ਦੇ ਨਾਲ ਦਰਵਾਜ਼ਿਆਂ ਨੂੰ ਟੋਂਦਾ ਜਾ। ਜਦੋਂ 83 ਦਰਵਾਜ਼ੇ ਤੇਰੇ ਨਿਕਲ ਜਾਣਗੇ, 84ਵਾਂ ਦਰਵਾਜ਼ਾ ਆਵੇਗਾ, ਉਹਦੇ ਵਿੱਚ ਦੀ ਤੂੰ ਬਾਹਰ ਨਿਕਲ ਜਾਣਾ ਕਰੇ। ਉਸ ਟੁੰਡੇ ਅੰਧੇ ਤੇ ਗੰਜੇ ਮਨੁੱਖ ਨੇ ਇਸੇ ਪ੍ਰਕਾਰ ਕੀਤਾ, ਆਪਣੇ ਇੱਕ ਹੱਥ ਦੇ ਨਾਲ ਉਹਨਾਂ ਦਰਵਾਜ਼ਿਆਂ ਨੂੰ ਟੋਂਦਾ ਹੋਇਆ ਗਿਆ। ਜਦੋਂ 83 ਦਰਵਾਜ਼ੇ ਪਾਰ ਕਰ ਗਿਆ, 84ਵਾਂ ਦਰਵਾਜ਼ਾ ਆਇਆ ਤੇ ਉਹ 84ਵੇਂ ਦਰਵਾਜ਼ੇ ਦੇ ਅੰਦਰ ਜਿਹੜਾ ਮੱਖੀਆਂ ਦਾ ਛੱਤਾ ਲੱਗਿਆ ਸੀ, ਉਸ ਦੇ ਵਿੱਚ ਹੱਥ ਵੱਜਿਆ। ਹੱਥ ਵੱਜਣ ਕਰਕੇ ਜਿਹੜੀਆਂ ਮੱਖੀਆਂ ਹਨ ਉਸ ਦੇ ਹੱਥ ਤੇ ਉਸ ਦੇ ਸਿਰ ਦੇ ਗੱਗ ਦੇ ਉੱਪਰ ਵੱਢਣਾ ਕੀਤੀਆਂ। ਸਿਰ ਦੇ ਉੱਪਰ ਖੁਰਕ ਹੋਈ, ਆਪਣੇ ਹੱਥ ਦੇ ਨਾਲ ਖੁਰਕ ਕਰਦਾ ਹੋਇਆ ਉਸ ਦਰਵਾਜ਼ੇ ਨੂੰ ਛੱਡ ਕਰਕੇ ਅੱਗੇ ਨਿਕਲ ਗਿਆ ਤੇ ਫਿਰ ਉਸੇ ਕਿਲੇ ਦੇ ਵਿੱਚ ਪੈ ਜਾਣਾ ਕੀਤਾ। ਇਸੇ ਪ੍ਰਕਾਰ ਮਨੁੱਖਾ ਜਨਮ ਹੈ, ਜੋ ਕਿਲੇ ਦੀ ਨਿਆਈ ਹੈ। ਸੰਸਾਰ ਜੋ ਹੈ ਕਿਲੇ ਦੀ ਨਿਆਈ ਹੈ। ਇਸ ਦੇ ਅੰਦਰ ਜੋ 84 ਦਰਵਾਜ਼ੇ ਨੇ, ਜਿਹੜੇ 83 ਦੁਨੀਆਂ ਹਨ, ਇਹ ਉਹ 83 ਦਰਵਾਜ਼ੇ ਨੇ ਜੋ ਹਮੇਸ਼ਾ ਬੰਦ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚੋਂ ਜੀਵ ਬਾਹਰ ਨਹੀਂ ਨਿਕਲ ਸਕਦਾ। 84ਵਾਂ ਦਰਵਾਜ਼ਾ ਜੋ ਮਨੁੱਖਾ ਜਨਮ ਹੈ, ਇਸ ਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਜੀਵ ਬਾਹਰ ਨਿਕਲ ਸਕਦਾ ਹੈ, ਪਰਮਾਤਮਾ ਨੂੰ ਮਿਲ ਸਕਦਾ ਹੈ, ਸੰਸਾਰ ਦੇ ਗੇੜ ਤੋਂ ਛੁੱਟ ਸਕਦਾ ਹੈ। ਪਰੰਤੂ ਇਸ 84ਵੇਂ ਜਨਮ ਦੇ ਅੰਦਰ, ਮਨੁੱਖਾ ਜਨਮ ਦੇ ਅੰਦਰ ਮਾਇਆ ਰੂਪੀ ਮੱਖੀਆਂ ਦਾ ਛੱਤਾ ਲੱਗਾ ਹੈ। ਤੇ ਇਹ ਜਿਹੜਾ ਜੀਵ ਹੈ ਆਪਣੇ ਗਿਆਨ ਤੇ ਵੈਰਾਗ ਰੂਪੀ ਨੇਤਰਾਂ ਤੋਂ ਹੀਣਾ ਹੈ।
ਸ਼ੁਭ ਗੁਣਾਂ ਰੂਪੀ ਕੇਸਾਂ ਤੋਂ ਗੱਜਾ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਜੋ ਇਸ ਦਾ ਹੱਥ ਹੈ ਉਸ ਹੱਥ ਤੋਂ ਵੀ ਹੀਣਾ ਹੈ। ਤੇ ਇਸ ਪ੍ਰਕਾਰ ਇੱਕ ਹੱਥ ਦੇ ਸਹਿਤ ਦਰਵਾਜ਼ਿਆਂ ਨੂੰ ਉਠਾਉਂਦਾ ਹੋਇਆ 84 ਦਰਵਾਜ਼ਿਆਂ ਨੂੰ 83 ਜੂਨਾਂ ਨੂੰ ਭੋਗਦਾ ਹੋਇਆ ਆਉਂਦਾ ਹੈ। 84ਵੇਂ ਦਰਵਾਜ਼ੇ ਦੇ ਵਿੱਚ ਜਦੋਂ ਆਉਂਦਾ ਹੈ ਇਸ ਮਨੁੱਖਾ ਜਨਮ ਦੇ ਵਿੱਚ ਪੈਂਦਾ ਹੈ ਤੇ ਮਾਇਆ ਦੇ ਗੇੜ ਦੇ ਵਿੱਚ ਪੈ ਜਾਂਦਾ ਹੈ। ਮਾਇਆ ਦੇ ਰਸ ਨੂੰ ਭੋਗਦਾ ਹੈ ਤੇ ਫਿਰ ਉੱਥੋਂ ਅੱਗੇ ਨਿਕਲ ਜਾਂਦਾ ਹੈ। ਇਸ ਪੌੜੀ ਤੇ ਜੋ ਨਰ ਚੁੱਕਿਆ ਸੋ ਆਈ ਜਾਏ ਦੁੱਖ ਪਾਏਗਾ। ਇਸ ਮਨੁੱਖਾ ਜਨਮ ਰੂਪੀ ਪੌੜੀ ਤੋਂ ਜਿਹੜਾ ਮਨੁੱਖ ਚੁੱਕ ਜਾਂਦਾ ਹੈ ਆਉਂਦਾ ਜਾਂਦਾ ਵਾਰ-ਵਾਰ ਦੁੱਖਾਂ ਨੂੰ ਭੋਗਦਾ ਰਹਿੰਦਾ ਹੈ। ਸੋ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਦੇ ਨੇ ਜਿਹੜਾ ਇਸ ਪ੍ਰਕਾਰ ਉਸ ਗੁਰੂ ਤੋਂ ਬੇਮੁਖ ਹੋ ਜਾਵੇ। ਗੁਰੂ ਤੋਂ ਬੇਮੁਖ ਹੋਣ ਕਰਕੇ ਲੱਗਣ ਜਨਮ ਵਿਜੋਗ ਉਸ ਜੀਵ ਨੂੰ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ। ਉਹ ਜੀਵ ਵਾਰ-ਵਾਰ ਟੇਢੀਆਂ ਜੂਨਾਂ ਨੂੰ ਪ੍ਰਾਪਤ ਹੁੰਦਾ ਹੈ। ਖਿਨ ਮਹਿ ਕੋਰੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਸੰਸਾਰ ਦੇ ਜੀਵ ਮਾਇਆ ਦੇ ਪਦਾਰਥਾਂ ਨੂੰ ਭੋਗਦੇ ਨੇ, ਮਾਇਆ ਦੇ ਪਦਾਰਥਾਂ ਨੂੰ ਰਸਾਂ ਕਸਾਂ ਨੂੰ ਮਾਣਦੇ ਹਨ, ਜਦੋਂ ਜਮ ਦਾ ਡੰਡਾ ਆ ਕਰਕੇ ਸਿਰ ਦੇ ਵਿੱਚ ਵੱਜਦਾ ਹੈ ਖਿਨ ਮਹਿ ਕੌੜੇ ਹੋਏ ਗਏ। ਇੱਕ ਖਿਨ ਦੇ ਵਿੱਚ ਸਾਰੇ ਕੌੜੇ ਲੱਗਣ ਲੱਗ ਜਾਂਦੇ ਨੇ ਕਿਉਂਕਿ ਅੱਗੇ ਜਮਾਂ ਦੀਆਂ ਸਜ਼ਾਵਾਂ ਮਿਲਦੀਆਂ ਨੇ ਤੇ ਉਹੀ ਪਦਾਰਥ ਜਿਹੜੇ ਬੜੇ ਚੰਗੇ ਲੱਗਦੇ ਹਨ ਫਿਰ ਕੌੜੇ ਲੱਗਦੇ ਹਨ। ਫਿਰ ਪਛਤਾਵਾ ਕਰਦਾ ਹੈ, ਪਛਤਾਉਂਦਾ ਹੈ ਕਿ ਮੈਨੂੰ ਇਹ ਜਨਮ ਮਿਲਿਆ ਸੀ ਪਰਮਾਤਮਾ ਦੀ ਭਗਤੀ ਕਰਨ ਵਾਸਤੇ, ਪਰੰਤੂ ਵਿਸ਼ਿਆਂ ਨੂੰ ਕਮਾ ਕਰਕੇ ਵਿਕਾਰਾਂ ਦੇ ਸਹਿਤ ਹੋ ਕਰਕੇ ਮਾਇਆ ਦੇ ਵਿੱਚ ਪੈ ਕਰਕੇ ਇਸ ਜਨਮ ਨੂੰ ਮੈਂ ਅਜਾਈ ਗਵਾ ਲੈਣਾ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਜਨਮ ਹੈ ਇਸ ਨੂੰ ਇਹ ਜੀਵ ਕੌਡੀਆਂ ਦੇ ਭਾਗ ਵਾ ਰਿਹਾ ਹੈ। ਰਹਿਣ ਗਵਾਈ ਸੋਇ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਹੀਰੇ ਵਰਗਾ ਜੋ ਜਨਮ ਮਿਲਿਆ ਸੀ ਇਸ ਨੂੰ ਇਸ ਜੀਵ ਨੇ ਕੌਡੀਆਂ ਦੇ ਭਾਵ ਗਵਾ ਲੈਣਾ ਕੀਤਾ ਹੈ। ਆਪ ਇਸ ਮਨੁੱਖਾ ਬਾਜੀ ਨੂੰ ਹਾਰ ਲੈਣਾ ਕੀਤਾ ਹੈ ਤੇ ਫਿਰ ਜਿਹੜੇ ਪਦਾਰਥ ਇਸ ਨੂੰ ਬੜੇ ਮਿੱਠੇ ਲੱਗਦੇ ਸਨ, ਬੜੇ ਚੰਗੇ ਜਾਣਦਾ ਸੀ, ਉਹੀ ਅੰਤ ਸਮੇਂ ਇਸ ਨੂੰ ਕੌੜੇ ਲੱਗਦੇ ਹਨ। ਜਿਤਨਾ ਕੋਈ ਕਰ ਸਕੈ ਕਿਸ ਥੈ ਰੋਗ ਹੈ ਰੋਜ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਦੇ ਨੇ ਵਿੱਚ ਨਾਮ ਹੈ ਵਿਚੋਲਗੀ ਦਾ। ਇਸ ਜੀਵ ਦੀ ਉਸ ਪਰਮਾਤਮਾ ਨੂੰ ਮਿਲਾਉਣ ਵਾਸਤੇ ਫਿਰ ਕੋਈ ਵਿਚੋਲਗੀ ਨਹੀਂ ਕਰ ਸਕਦਾ ਜੇ ਇਹ ਹਮੇਸ਼ਾ ਵਿਕਾਰਾਂ ਦੇ ਸਹਿਤ ਮਾਇਆ ਦੇ ਸਹਿਤ ਪਦਾਰਥਾਂ ਨੂੰ ਭੋਗਦਾ ਰਿਹਾ ਹੋਵੇ। ਜੇਕਰ ਪਰਮਾਤਮਾ ਦੇ ਨਾਲ ਮਿਲਾਪ ਵਾਸਤੇ ਕੋਈ ਯਤਨ ਨਹੀਂ ਕੀਤਾ ਤੇ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜਾ ਇਸ ਦੀ ਵਿਚੋਲਗੀ ਕਰਕੇ ਉਸ ਪਰਮਾਤਮਾ ਦੇ ਨਾਲ ਇਸ ਨੂੰ ਮਿਲਾ ਦੇਣਾ ਕਰੇ। ਕਿਸ ਥੈ ਰੋਗ ਰੋਜ਼, ਫਿਰ ਕਿਸ ਦੇ ਪਾਸ ਜੀਵ ਰੋਜ਼ ਰੋਜ਼ ਰੋਣਾ ਕਰੇ, ਕਿਸ ਦੇ ਪਾਸ ਹੋਣ ਦੇ ਨਾਲ ਇਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਇਹ ਜੀਵ ਆਖਦਾ ਹੈ ਕਿ ਅਜੇ ਬਹੁਤ ਸਮਾਂ ਪਿਆ, ਅੰਤ ਵੇਲੇ ਨਾਮ ਜਪਾਂਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਅੰਤ ਵੇਲੇ ਜਿਹੜਾ ਜੀਵ ਕਹਿੰਦਾ ਹੈ ਨਾਮ ਜਪਾਂਗਾ, ਉਦੋਂ ਤੇ ਹੱਥ ਪੈਰ ਵੀ ਨਹੀਂ ਚੱਲਦੇ ਹਨ, ਜਿਹੜੀ ਜ਼ਬਾਨ ਹੈ ਉਹ ਵੀ ਕੰਬਦੀ ਹੈ ਤੇ ਫਿਰ ਉਦੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਕਿਵੇਂ ਜਪਿਆ ਜਾ ਸਕਦਾ ਹੈ, ਭਾਵ ਨਹੀਂ ਜਪਿਆ ਜਾ ਸਕਦਾ। ਫਿਰ ਕੇਵਲ ਪਛਤਾਵਾ ਕਰਦਾ ਹੈ ਕਿ ਪਹਿਲਾਂ ਵੀ ਜੇ ਨਾਮ ਜਪ ਲੈਂਦਾ ਤਾਂ ਜਪ ਲੈਂਦਾ, ਹੁਣ ਪਰਮਾਤਮਾ ਦਾ ਨਾਮ ਜਪਣਾ ਬੰਦਗੀ ਕਰਨੀ ਔਖੀ ਹੈ। ਤੇ ਕਿਸੇ ਨੇ ਬੜੇ ਸੁੰਦਰ ਬਚਨ ਕਹੇ ਨੇ ਕਿ ਜੇਕਰ ਪਰਮਾਤਮਾ ਨੂੰ ਜਿਹੜੇ ਫੁੱਲ ਚੜਾਈਦੇ ਹਨ ਉਹ ਤਾਜ਼ੇ ਫੁੱਲ ਚੜਾਏ ਜਾਂਦੇ ਹਨ, ਪੁਰਾਣੇ ਹੋਏ ਫੁੱਲ ਉਸ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਚੜਾਈਦੇ। ਪਰਮਾਤਮਾ ਨੂੰ ਪੁਰਾਣੇ ਫੁੱਲ ਨਹੀਂ ਚੜਾਉਣੇ ਚਾਹੀਦੇ। ਇਸ ਕਰਕੇ ਜਦੋਂ ਸਮਾਂ ਮਿਲੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੀਏ, ਅਰਾਧਨਾ ਕਰੀਏ। ਕਿ ਅਰਾਧਨਾ ਕਿਵੇਂ ਹੈ ਸਤਿਗੁਰੂ ਜੀ ਦੱਸਦੇ ਨੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਉ। ਆਪਣੇ ਕਾਰਜ ਵੀ ਕਰਦੇ ਰਹੀਏ ਤੇ ਕਾਰਜ ਕਰਨ ਦੇ ਨਾਲ ਨਾਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਰੱਖ ਕੇ ਉਸ ਦਾ ਨਾਮ ਵੀ ਧਿਆਉਂਦੇ ਰਹੀਏ, ਉਸ ਨੂੰ ਹਿਰਦੇ ਵਿੱਚ ਵਸਾ ਕਰਕੇ ਰੱਖਣਾ ਕਰੀਏ। ਜਿਹਵਾ ਦੇ ਨਾਲ ਉਸ ਦੇ ਨਾਮ ਦਾ ਜਾਪ ਕਰੀਏ, ਹੱਥਾਂ ਦੇ ਨਾਲ ਆਪਣਾ ਕਾਰਜ ਕਰਨਾ ਹੈ ਤੇ ਨੇਤਰਾਂ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਨੂੰ ਵਸਾ ਕਰਕੇ ਰੱਖੀਏ। ਕੰਨਾਂ ਦੇ ਨਾਲ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਵਡਿਆਈ ਨੂੰ ਸੁਣਨਾ ਕਰੀਏ। ਤਾਂ ਹੀ ਜੇ ਕੋਈ ਵਿਚੋਲਾ ਹੈ, ਗੁਰੂ ਹੈ, ਸਾਧੂ ਹੈ, ਉਹ ਸਾਧੂ ਇਸ ਦੀ ਵਿਚੋਲਗੀ ਕਰ ਸਕਦਾ ਹੈ ਤੇ ਫਿਰ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਜੀਵ ਨੂੰ ਮਿਲਾ ਸਕਦਾ ਹੈ।
ਨਹੀਂ ਤਾਂ ਕੋਈ ਵੀ ਜੀਵ ਕਿਸੇ ਵੀ ਪ੍ਰਕਾਰ ਦੀ ਵਿਚੋੜਗੀ ਕਰਕੇ ਜੀਵ ਨੂੰ ਪਰਮਾਤਮਾ ਦੇ ਨਾਲ ਨਹੀਂ ਮਿਲਾ ਸਕਦਾ ਹੈ। ਕੀਤਾ ਕਛੁ ਨਾ ਹੋਵੇ, ਲਿਖਿਆ ਧੁਰ ਸੰਜੋਗ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਦੇ ਨੇ, ਇਸ ਜੀਵ ਦਾ ਕੀਤਾ ਕੁਝ ਵੀ ਨਹੀਂ ਹੁੰਦਾ ਹੈ। ਜੇ ਇਹ ਜੀਵ ਚਾਹੇ ਕਿ ਮੈਂ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਾਂ, ਤੇ ਕੁਝ ਵੀ ਨਹੀਂ ਕਰ ਸਕਦਾ ਹੈ। ਜਿਵੇਂ ਵਾਹਿਗੁਰੂ ਪਰਮਾਤਮਾ ਨੇ ਸੰਜੋਗ ਵਿਜੋਗ ਲਿਖਣਾ ਕੀਤੇ ਨੇ, ਜਿਵੇਂ ਭਲੀ ਪ੍ਰਕਾਰ ਵਾਹਿਗੁਰੂ ਪਰਮਾਤਮਾ ਨੇ ਯੋਗ ਲਿਖੇ ਹਨ, ਧੁਰ ਦਰਗਾਹ ਤੋਂ ਲਿਖੇ ਹੋਏ ਹਨ, ਪਰਾਲਬਧ ਨੂੰ ਲਿਖਿਆ ਹੈ, ਉਸੇ ਪ੍ਰਕਾਰ ਇਹ ਜੀਵ ਕਰਮ ਕਮਾਉਂਦਾ ਹੈ, ਉਸੇ ਪ੍ਰਕਾਰ ਇਸ ਜੀਵ ਦੇ ਨਾਲ ਹੋਣਾ ਕਰਦਾ ਹੈ। ਜਬ ਲਗ ਜਾਣੈ ਮੈਂ ਕਿਸ ਕਰਤਾ, ਤਬ ਲਗ ਗਰਭ ਜੋਨ ਮੈਂ ਕਰਤਾ। ਜਦੋਂ ਤੱਕ ਇਹ ਜੀਵ ਜਾਣਦਾ ਹੈ ਮੈਂ ਕੁਝ ਕਰਦਾ ਹਾਂ, ਉਦੋਂ ਤੱਕ ਮਾਤਾ ਦੇ ਗਰਭ ਦੇ ਵਿੱਚ ਦੁਨੀਆ ਦੇ ਵਿੱਚ ਪਿਆ ਰਹਿੰਦਾ ਹੈ। ਤੇ ਜਦੋਂ ਕਰਨ ਕਰਾਉਣ ਵਾਲਾ ਵਾਹਿਗੁਰੂ ਪਰਮਾਤਮਾ ਨੂੰ ਜਾਣ ਲੈਂਦਾ ਹੈ, ਉਦੋਂ ਵਾਹਿਗੁਰੂ ਪਰਮਾਤਮਾ ਆਪਣਾ ਆਸਰਾ ਦੇ ਕਰਕੇ, ਆਪਣਾ ਨਾਮ ਦੇ ਕਰਕੇ ਇਸ ਜੀਵ ਨੂੰ ਆਪਣੇ ਨਾਲ ਮਿਲਾਉਣਾ ਕਰਦਾ ਹੈ। ਬੜ ਭਾਗੀ ਮੇਰਾ ਪ੍ਰਭ ਮਿਲੈ, ਤਾ ਪੁੱਤਰ ਹੈ ਸਭ ਵਿਯੋਗ। ਸਤਿਗੁਰੂ ਜੀ ਜਗਿਆਸੂ ਰੂਪ ਹੋ ਕਰਕੇ ਬੇਨਤੀ ਕਰਦੇ ਹਨ ਕਿ ਜੇਕਰ ਵੱਡਿਆਂ ਭਾਗਾਂ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮੇਰਾ ਪਤੀ ਮੈਨੂੰ ਪ੍ਰਭੂ ਮਿਲ ਜਾਵੇ, ਤਾਂ ਪੁੱਤਰ ਹੈ ਸਭ ਵਿਯੋਗ। ਜਿੰਨੇ ਵੀ ਮੇਰੇ ਵਿਯੋਗ ਦੁੱਖ ਹਨ, ਜਿੰਨੇ ਵੀ ਮੇਰੇ ਹਿਰਦੇ ਦੇ ਅੰਦਰ ਵਿਕਾਰ ਹਨ, ਜਿੰਨੇ ਵੀ ਮੈਨੂੰ ਰੋਗ ਲੱਗੇ ਹੋਏ ਨੇ, ਕਾਮ ਕ੍ਰੋਧ ਆਦਿਕ, ਵਿਸ਼ੇ ਵਾਸਨਾ ਆਦਿਕ, ਈਰਖਾ ਦਵੈਸ਼ ਆਦਿਕ, ਉਹ ਸਾਰੇ ਹੀ ਰੋਗ ਦੁੱਖ ਲੈ ਜਾਣਾ ਕਰਨਗੇ। ਤਾਂ ਸਾਰੇ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰਕੇ ਮੇਰੇ ਸਾਰੇ ਦੁੱਖ ਨਾਸ਼ ਹੋ ਜਾਣਗੇ, ਉਜਲ ਪਵਿੱਤਰ ਹੋ ਜਾਵਾਂਗੇ। ਨਾਨਕ ਕੋ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਸਤਿਗੁਰੂ ਗਰੀਬ ਨਵਾਜ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਾਨੂੰ ਬੇਨਤੀ ਕਰਦਿਆਂ ਹੋਇਆ ਕਿਰਪਾ ਕਰਦੇ ਨੇ, ਤੇ ਆਪਣੇ ਸਿੱਖਾਂ ਨੂੰ ਵੀ ਇਸ ਤਰ੍ਹਾਂ ਜਾਚ ਸਿਖਾਉਂਦੇ ਹਨ ਕਿ ਪਰਮਾਤਮਾ ਦੇ ਸਾਨੂੰ ਕਿਸ ਤਰ੍ਹਾਂ ਬੇਨਤੀ ਕਰੋ। ਨਾਨਕ ਕਉ ਪ੍ਰਭ ਰਾਖ ਲੇਹਿ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪਣੇ ਸੇਵਕਾਂ ਨੂੰ ਤੁਸੀਂ ਆਪ ਹੀ ਰੱਖ ਲੈਣਾ ਕਰੋ, ਆਪਣੇ ਸੇਵਕਾਂ ਦੀ ਰੱਖਿਆ ਕਰਨਾ ਕਰੋ। ਮੇਰੇ ਸਾਹਿਬ ਬੰਦੀ ਮੋਚ। ਇਹ ਮੇਰੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇਸ 84 ਦੀ ਬੰਦ ਖਲਾਸੀ ਕਰਕੇ ਸਾਡੀ ਬੰਦਸ਼ ਨੂੰ, ਬੰਧਨਾਂ ਨੂੰ ਮੋਚ ਨਾਸ਼ ਕਰਕੇ ਆਪ ਹੀ ਸਾਡੀ ਰੱਖਿਆ ਕਰਨਾ ਕਰੋ, ਆਪ ਸਾਨੂੰ ਰੱਖ ਲੈਣਾ ਕਰੋ, ਤੇ ਆਪਣੇ ਨਾਮ ਦੇ ਨਾਲ ਜੋੜ ਕਰਕੇ ਆਪਣੇ ਕੰਠ ਦੇ ਨਾਲ ਲਗਾਉਣਾ ਕਰੋ, ਆਪਣੇ ਸਰੂਪ ਦੇ ਨਾਲ ਮਿਲਾ ਲੈਣਾ ਕਰੋ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਸਤਿਗੁਰੂ ਗਰੀਬ ਨਵਾਜ ਪਾਵਨ ਪਵਿੱਤਰ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਹਨ। ਕੱਤਕ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਕਿ ਕੱਤਕ ਦੇ ਮਹੀਨੇ ਅੰਦਰ ਇਹ ਬੇਨਤੀਆਂ ਕਰੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਪਿਆਰੇ ਹਨ, ਜਿਹੜੇ ਸਾਧੂ ਜਨ ਹਨ, ਉਹਨਾਂ ਦੀ ਸੰਗਤ ਸਾਨੂੰ ਪ੍ਰਾਪਤ ਹੋ ਜਾਵੇ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਬਿਨ ਸਹਿ ਸਭੇ ਸੋਚ, ਹਰ ਤਰ੍ਹਾਂ ਦੀ ਸੋਚ ਜਿਹੜੀ ਹੈ ਨਾਸ਼ ਹੋ ਜਾਵੇਗੀ। ਸਾਰੀਆਂ ਸੋਚਾਂ ਦੀ ਨਾਸ਼ ਹੋ ਜਾਣਗੀਆਂ। ਸਾਰੀਆਂ ਜਿਹੜੇ ਹਿਰਦੇ ਵਿੱਚ ਇੱਛਾਵਾਂ ਨੇ, ਆਸਾਵਾਂ ਹਨ, ਮਨਸ਼ਾ ਹਨ, ਉਹ ਸਾਰੀਆਂ ਨਾਸ਼ ਹੋ ਜਾਣਗੀਆਂ। ਫਿਰ ਨਿਸ਼ਕਾਮ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਕਰੋ, ਤੇ ਨਿਸ਼ਕਾਮ ਸਰੂਪ ਹੋ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਰਪਾ ਕਰਕੇ ਜੀਵ ਨੂੰ ਆਪਣੇ ਸਰੂਪ ਦੇ ਅੰਦਰ ਮਿਲਾਉਣਾ ਕਰੇਗਾ। ਸੋ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਕੱਤਕ ਦੇ ਮਹੀਨੇ ਅੰਦਰ ਆਪਣੇ ਸਿੱਖਾਂ ਨੂੰ ਉਪਦੇਸ਼ ਬਖਸ਼ਿਆ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਅੰਮ੍ਰਿਤ ਛਕੀਏ ਸਿੰਘ ਸਜੀਏ, ਗੁਰੂ ਵਾਲੇ ਬਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਇਹ ਜੋ ਸੁਭਾਗਾ ਸਮਾਂ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਸਵਾਰਨਾ ਕਰੀਏ। ਇਸ ਨੂੰ ਸਵਾਰ ਕਰਕੇ ਉਜਲੇ ਮੁਖ ਹੋ ਕਰਕੇ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਣਾ ਕਰੀਏ। ਤੇ ਜਦੋਂ ਇਸ ਤਰ੍ਹਾਂ ਉਜਲੇ ਮੁਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਵਾਂਗੇ, ਉੱਥੇ ਸੱਚੇ ਹੀ ਸੱਚ ਨਿਬੜੈ, ਚਣ ਵਖ ਕੱਢੇ ਜਦ ਮਾਲਿਆ। ਇੱਕ ਚੱਲੇ ਜਨ ਸਵਾਰ, ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ, ਤਿਵ ਲੋਕ ਸੁਣਾਏ ਸੀ। ਜਿਹੜੇ ਜਨਮ ਸਵਾਰ ਕਰਕੇ ਗੁਰਮੁਖ ਜਨ ਜਾਂਦੇ ਹਨ, ਤਿੰਨੇ ਲੋਕ ਉਹਨਾਂ ਦੀ ਸਿਫਤ ਕਰਦੇ ਨੇ, ਵਡਿਆਈ ਕਰਨਾ ਕਰਦੇ ਹਨ।
ਸੋ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਜੀਆਂ ਨੇ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਤੇ ਬਸ ਜਾਵੇ, ਇਸ ਨੂੰ ਕਮਾਉਣ ਦੀ ਦਾਤ ਬਖਸ਼ਿਸ਼ ਕਰਨ। ਸੋ ਇਸ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਤਿਗੁਰੂ ਗਰੀਬ ਨਵਾਜ ਸਮਤ ਬਖਸ਼ਣ ਜੀ। ਨਾਨਕ ਕੋ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ,